गुरु का बख्शिया फतेह का नारा करिए बुलंद गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। श्री राग बाणी भगत बेणी जियो के पहरिया के घर गावना। एक ओंकार सतगुर प्रसाद। रे नर गर्भ कुंडल जावे आछत उर्द ध्यान लिव लागा। मृतक पिंड पद मदना अहनिस एक अज्ञान सुनागा। ते दिन संभल कष्ट महा दुख अव चित अदक पसारिया। गर्भ छोड़ मृत मंडल आया तो नर हर मनो विसारिया। फिर पछतावेगा मूड़िया तू कवन कुमत भ्रम लागा। चेत राम नाही जमपुर जाहेगा। जन बिच रहे अनुराधा रहा। वाहिगुरु ये पवित्र बचन राग श्री राग विखे भगत बेणी जियो की बाणी जिसनों शब्द पहरियां मुताबक गाउण का हुक्म है। पहरियां कै घर गावना भाव जो गुरुआं ने पहरियां विच बाणी लिखी है। पहले पहरे दूजे पहरे तीजे पहरे उन्हां घरां दे विच उह सुर ताल ते गाउण दा हुक्म है। एक ओंकार ओह अद्वितीय परमेश्वर परमात्मा एक है। सतगुर प्रसाद जो सच है संसार का जीवन है। ऐसे परमेश्वर नूं सतगुर प्रसाद सतगुरु की कृपा नाल जानिया जा सकता है। इस पवित्र बचन राही धन धन श्री गुरु ग्रंथ साहिब जी महाराज की उपदेश बख्शिश करते हैं। मनुख नूं समझाउंदे होए कि जदों तू गर्भ दे विच सी रे नर गर्भ कुंडल जब आछत। जदों तू माता दे गर्भ विच आया जदों तैनूं मनुख जूनी दित्ती अते मानस माता दे उदर विच आया। उर्द ध्यान लिव लागा। उस वेले तो उर्द पुट्ठा लमकदा होया परमेश्वर नाल जुड़िया होया सी। परमेश्वर नूं याद करदा सी, परमेश्वर नूं सिमरदा सी। पर जदों ही इस दुनिया विच आया ते उस परमेश्वर नूं भुल गया। रफ्तार घटाई खड़का वाला कर एक नंबर घटा। जदों ही दुनिया विच आया
ਮ੍ਰਿਤਕ ਪਿੰਡ ਇਸ ਪਿੰਡੇ ਭਾਵ ਸਰੀਰ ਵਿੱਚ ਆ ਕਰਕੇ ਜਦੋਂ ਦੁਨੀਆ ਵਿੱਚ ਜਨਮ ਲਿਆ, ਇਸ ਸਰੀਰ ਦਾ ਮਦ ਹੰਕਾਰ ਕਰਕੇ ਇੱਕ ਅਗਿਆਨਤਾ ਦੇ ਚੱਕਰ ਵਿੱਚ ਫਸ ਗਿਆ ਔਰ ਮਾਤ ਲੋਕ ਦੇ ਵਿੱਚ ਨੰਗਾ ਆਇਆ ਤੇ ਨੰਗਾ ਹੀ ਚਲਾ ਗਿਆ। ਚਲੋ ਜਨਮ ਤਾਂ ਬੱਚੇ ਦਾ ਉਸ ਤਰ੍ਹਾਂ ਹੋਣਾ ਹੀ ਆ, ਪਰ ਇੱਥੇ ਨਾਂਗੇ ਦਾ ਮਤਲਬ ਹੈ ਪਰਮੇਸ਼ਰ ਦਾ ਨਾਮ ਰੂਪੀ ਕੱਪੜਾ ਨਹੀਂ ਲਿਆ, ਇਸ ਆਤਮਾ ਦੇ ਲਈ ਪਰਮੇਸ਼ਰ ਨੂੰ ਨਹੀਂ ਸਿਮਰਿਆ। ਮਾਤਾ ਦੇ ਉਦਰ ਵਿੱਚ ਬੈਠ ਕੇ ਤੂੰ ਪਰਮੇਸ਼ਰ ਨੂੰ ਸਿਮਰਦਾ ਸੀ, ਪਰ ਜਦੋਂ ਹੀ ਜਨਮ ਹੋਇਆ ਮੋਹ ਮਾਇਆ ਮਮਤਾ ਦੇ ਅਗਿਆਨਤਾ ਦੇ ਹਨੇਰੇ ਵਿੱਚ ਐਸਾ ਫਸਿਆ ਤੇ ਉਹ ਦਿਨ ਭੁੱਲ ਗਿਆ ਜਦੋਂ ਤੂੰ ਸਿਰ ਤਲੇ ਪੈਰ ਉੱਪਰ ਹੈ, ਬਸੰਦੋ ਕੋ ਹੱਥੜੈ ਥਾਏ। ਜਦੋਂ ਤੂੰ ਐਸੇ ਭਿਆਨਕ ਥਾਂ ਵਿੱਚ ਵਸਦਾ ਸੀ ਜਿੱਥੇ ਕਿ ਤੂੰ ਪੁੱਠਾ ਲੰਕਦਾ ਸੀ, ਸੋ ਧਨੀ ਕਿਉਂ ਵਿਸਾਰਿਓ ਉਦਰ ਹੈ ਜਿਸ ਦੇ ਨਾਏ। ਫਿਰ ਹੁਣ ਤੂੰ ਉਸ ਮਾਲਕ ਨੂੰ ਕਿਉਂ ਵਿਸਾਰਿਆ ਜਿਸ ਦੇ ਕਿਰਪਾ ਕਰਕੇ ਤੈਨੂੰ ਮਾਤ ਲੋਕ ਵਿੱਚ ਮਨੁੱਖਾ ਜਨਮ ਪ੍ਰਾਪਤ ਹੋਇਆ। ਜਿਸ ਦਾ ਨਾਮ ਜਪ ਕੇ ਉਸ ਮਾਤਾ ਦੇ ਉਦਰ ਦੇ ਹਨੇਰੇ ਵਿੱਚੋਂ ਤਾਂ ਤੂੰ ਨਿਕਲ ਗਿਆ, ਹੁਣ ਅਗਿਆਨਤਾ ਦੇ ਹਨੇਰੇ ਵਿੱਚੋਂ ਕਿਵੇਂ ਨਿਕਲੇਗਾ? ਉਹ ਦਿਨ ਯਾਦ ਕਰ ਤੇ ਦਿਨ ਸੰਭਲ ਕਸ਼ਟ ਮਹਾ ਦੁੱਖ, ਅਬ ਚਿਤ ਅਦਕ ਪਸਾਰਿਆ। ਉਹ ਦਿਨ ਯਾਦ ਕਰ ਜਦੋਂ ਤੂੰ ਉੱਥੇ ਪਲ ਪਲ ਪਰਮੇਸ਼ਰ ਨੂੰ ਯਾਦ ਕਰਦਾ ਸੀ ਕਿ ਮੈਨੂੰ ਇੱਥੋਂ ਕੱਢ ਲੈ, ਮੈਂ ਤੇਰਾ ਨਾਮ ਜਪਾਂਗਾ, ਇੱਕ ਵਾਰ ਇੱਥੋਂ ਬਚਾ ਲੈ, ਫਿਰ ਮੈਂ ਤੇਰਾ ਨਾਮ ਜਪਾਂਗਾ। ਉਹ ਸਮਾਂ ਭੁੱਲ ਕੇ, ਉਹ ਟਾਈਮ ਭੁੱਲ ਕੇ ਅਬ ਚਿਤ ਅਦਕ ਪਸਾਰਿਆ। ਹੁਣ ਤੂੰ ਬੜਾ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ, ਹੰਕਾਰ ਦੇ ਵਿੱਚ ਫਸਿਆ ਹੋਇਆ ਫੁੱਲਿਆ ਨਹੀਂ ਸਮਾਉਂਦਾ। ਹੁਣ ਤੂੰ ਗਰਭ ਛੋੜ ਮ੍ਰਿਤ ਮੰਡਲ ਆਇਆ। ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ, ਤੈਨੂੰ ਮਾਤਾ ਦੇ ਗਰਭ ਵਿੱਚੋਂ ਕੱਢ ਕੇ ਉਸ ਭਿਆਨਕ ਥਾਂ ਦੇ ਵਿੱਚੋਂ ਜਨਮ ਦੇ ਕੇ ਮਾਤ ਲੋਕ ਵਿੱਚ ਲੈ ਕੇ ਆਂਦਾ,
ਮ੍ਰਿਤ ਲੋਕ ਭਾਵ ਜਿੱਥੇ ਕਿ ਹਰ ਇੱਕ ਚੀਜ਼ ਦੀ ਮੌਤ ਹੈ, ਇਹ ਮ੍ਰਿਤ ਲੋਕ ਹੈ। ਇੱਥੇ ਸਭ ਕੁਝ ਖਾਤਮੇ ਵੱਲ ਜਾ ਰਿਹਾ ਹੈ। ਘਟੰਤ ਰੂਪੰ, ਘਟੰ ਦੀਪੰ, ਘਟੰਤ ਸੱਸੀ ਅਸੂਰ ਨਖੇਤਰ ਹੈ। ਇਹ ਸਾਰਾ ਕੁਝ ਜਿਹੜਾ ਹੈ ਖਾਤਮੇ ਵੱਲ ਜਾ ਰਿਹਾ, ਘਟਦਾ ਜਾ ਰਿਹਾ। ਔਰ ਇਸ ਮਨੁੱਖ ਨੂੰ ਭਗਤ ਬੇਣੀ ਜੀ ਦੇ ਬਚਨਾਂ ਰਾਹੀਂ ਸਤਿਗੁਰੂ ਸਮਝਾਉਂਦੇ ਹਨ ਕਿ ਜਦੋਂ ਦਾ ਤੂੰ ਮਨੁੱਖ ਬਣ ਕੇ ਦੁਨੀਆ ਵਿੱਚ ਆਇਆ ਹੈ, ਆਪਣੇ ਅਸਲੀ ਕੰਮ ਨੂੰ ਤੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ। ਮਾਤ ਲੋਕ ਵਿੱਚ ਆਉਣ ਦਾ ਕਾਰਨ, ਆਉਣ ਦਾ ਕੰਮ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਤੇਰੇ ਕੰਮ ਨਹੀਂ ਆਉਣੇ, ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਤੇਰੇ ਕੰਮ ਆਉਣ ਵਾਲਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਕਿ ਸਤਸੰਗ ਵਿੱਚ ਮਿਲ ਕੇ ਤੂੰ ਉਹ ਕਾਰਜ ਕਰ ਸਕਦਾ ਹੈ ਜਿਸ ਕਾਰਜ ਲਈ ਆਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਨਾਗ ਭਵਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗਾਂ ਵਿੱਚ ਫਸ ਕਰਕੇ ਮਨੁੱਖ ਪਰਮੇਸ਼ਰ ਨੂੰ ਭੁੱਲ ਗਿਆ। ਤੇ ਭਗਤ ਬੇਣੀ ਜੀ ਕਹਿੰਦੇ ਹਨ, ਭਲਿਆ ਤੇ ਦਿਨ ਸੰਭਲ ਉਹ ਦਿਨ ਯਾਦ ਕਰ। ਕਸ਼ਟ ਮਹਾ ਦੁੱਖ, ਜਦੋਂ ਤੂੰ ਬੜਾ ਦੁਖੀ ਸੀ, ਮਿੰਟ ਮਿੰਟ ਤੇ ਯਾਦ ਕਰਦਾ ਸੀ ਪਰਮੇਸ਼ਰ ਨੂੰ, ਤੇ ਹੁਣ ਉਹ ਦੁੱਖ ਤੇਰਾ ਪਰਮੇਸ਼ਰ ਨੇ ਦੂਰ ਕਰ ਦਿੱਤਾ ਹੈ। ਅਬ ਚਿੱਤ ਅਧਿਕ ਪਸਾਰਿਆ, ਹੁਣ ਤੂੰ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ। ਅਬ ਚਿੱਤ ਅਧਿਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ। ਨਰ ਹਰ ਜੀਵਾਂ ਦਾ ਮਾਲਕ ਹਰੀ, ਹੁਣ ਉਸ ਨੂੰ ਤੂੰ ਭੁਲਾ ਦਿੱਤਾ ਹੈ। ਜਦੋਂ ਦਾ ਤੂੰ ਮਾਤਾ ਦੇ ਉਦਰ ਤੋਂ ਜਨਮ ਲੈ ਕੇ ਇਸ ਧਰਤੀ ਤੇ ਆਇਆ, ਤੂੰ ਕੈਸੀ ਪੁੱਠੀ ਮੱਤ ਫੜ ਲਈ ਹੈ, ਕੈਸੀ ਪੁੱਠੀ ਸੋਚ ਵਿੱਚ ਤੂੰ ਪੈ ਗਿਆ। ਉਹ ਸਮਾਂ ਯਾਦ ਕਰ ਜਿਸ ਵੇਲੇ ਤੂੰ ਪਰਮੇਸ਼ਰ ਨੂੰ ਕਹਿੰਦਾ ਸੀ ਮੈਨੂੰ ਇੱਥੋਂ ਕੱਢ ਲੈ, ਫਿਰ ਮੈਂ ਤੇਰਾ ਨਾਮ ਜਪਾਂਗਾ। ਜੇ ਹੁਣ ਨਾ ਜਪਿਆ ਤੇ ਪਾਤਸ਼ਾਹ ਕਹਿੰਦੇ ਫਿਰ ਪਛਤਾਵਹਿਗਾ ਮੂੜਿਆ। ਉਹ ਮੂਰਖ ਮਨਾ, ਫਿਰ ਤੈਨੂੰ ਪਛਤਾਉਣਾ ਪੈਣਾ। ਤੂੰ ਕਵਨ ਕੁਮਤ ਭਰਮ ਲਾਗਾ, ਤੂੰ ਕਿਹੜੀ ਪੁੱਠੀ ਮੱਤ ਫੜ ਲਈ ਹੈ, ਕਿਹੜੇ ਭਰਮਾਂ ਚੱਕਰਾਂ ਵਿੱਚ ਪੈ ਗਿਆ ਹੈ। ਚੇਤ ਰਾਮ ਨਹੀਂ ਜੰਪੁਰ ਜਾਹੇਗਾ, ਪਰਮੇਸ਼ਰ ਨੂੰ ਯਾਦ ਕਰ ਲੈ, ਨਹੀਂ ਤਾਂ ਫਿਰ ਜਮਾਂ ਦੀ ਪੁਰੀ ਨੂੰ ਚਲਿਆ ਜਾਵੇਗਾ। ਦੱਸਦੇ ਹੈ ਜਿਸ ਵੇਲੇ ਭਗਤ ਬੇਣੀ ਜੀ ਨੂੰ ਇਹ ਗਿਆਨ ਹੋਇਆ ਗੁਰੂ ਕਿਰਪਾ ਸਦਕਾ, ਤਾਂ ਇਹਨਾਂ ਨੇ ਪਰਮੇਸ਼ਰ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ।
ਇਹਨਾਂ ਨੇ ਘਰੋਂ ਜਾਣਾ ਤੇ ਜੰਗਲਾਂ ਵਿੱਚ ਜਾ ਕੇ ਬੈਠ ਜਾਣਾ। ਜਦੋਂ ਇਸ ਤਰ੍ਹਾਂ ਕਈ ਦਿਨ ਬਤੀਤ ਹੋ ਗਏ ਤਾਂ ਇੱਕ ਦਿਨ ਇਹਨਾਂ ਦੇ ਪਰਿਵਾਰ ਨੇ ਕਿਹਾ ਵੀ ਘਰੇ ਰਾਸ਼ਨ ਪਾਣੀ ਹੈ ਨਹੀਂ, ਤੂੰ ਕਿੱਥੇ ਜਾਣਾ ਹੈ? ਉਹ ਘਰ ਦਾ ਫਿਕਰ ਵੀ ਕਰ, ਰਾਸ਼ਨ ਪਾਣੀ ਦਾ। ਬੇਣੀ ਜੀ ਜੰਗਲਾਂ ਵਿੱਚ ਜਾ ਕੇ ਸਿਮਰਨ ਭਜਨ ਕਰਨ ਬਹਿ ਜਾਂਦੇ, ਬੰਦਗੀ ਵਿੱਚ ਬਹਿ ਜਾਂਦੇ। ਜਦ ਘਰਦਿਆਂ ਨੇ ਕਿਹਾ ਵੀ ਰਾਸ਼ਨ ਪਾਣੀ ਦੀ ਲੋੜ ਹੈ ਘਰ ਵਿੱਚ, ਤਾਂ ਉਸ ਵੇਲੇ ਫਿਰ ਇਹਨੇ ਕਿਹਾ ਕਿ ਮੈਂ ਰਾਜੇ ਦੇ ਕਥਾ ਕਰਦਾ, ਮੈਂ ਰਾਜੇ ਦੀ ਨੌਕਰੀ ਕਰ ਲਈ ਹੈ, ਮੈਂ ਉੱਥੇ ਕਥਾ ਕਰਨ ਜਾਣਾ ਹੁੰਦਾ ਅਤੇ ਜਦੋਂ ਭੋਗ ਪੈ ਗਿਆ ਫਿਰ ਮੈਨੂੰ ਜੋ ਰਾਜਾ ਦੇਵੇਗਾ ਲਿਆਵਾਂਗਾ। ਕਦੇ ਪ੍ਰਸ਼ਾਦਾ ਪੱਕਦਾ, ਕਦੇ ਨਾ ਪੱਕਦਾ, ਕਦੇ ਆਂਢੀਆਂ ਗੁਆਂਢੀਆਂ ਤੋਂ ਉਧਾਰਾ ਲੈ ਕੇ ਪਰਿਵਾਰ ਨੇ ਪ੍ਰਸ਼ਾਦਾ ਬਣਾਉਣਾ। ਇਸ ਤਰ੍ਹਾਂ ਸਮਾਂ ਲੰਘਾਇਆ। ਭਗਤ ਬੇਣੀ ਜੀ ਅਡੋਲ ਅਵਸਥਾ ਵਿੱਚ ਰੋਜ਼ਾਨਾ ਸਵੇਰੇ ਤਿਆਰ ਹੋ ਕੇ ਜਾਂਦੇ ਅਤੇ ਜੰਗਲ ਵਿੱਚ ਜਾ ਕੇ ਬਹਿ ਜਾਂਦੇ। ਕਾਫੀ ਸਮਾਂ ਲੰਘ ਗਿਆ। ਪਰਮੇਸ਼ਰ ਨੇ ਪ੍ਰੀਖਿਆ ਲਈ, ਘਰ ਵਿੱਚ ਬੜੀ ਗਰੀਬੀ ਆ ਗਈ। ਕਹਿੰਦੇ ਫਿਰ ਇੱਕ ਦਿਨ ਪਰਮੇਸ਼ਰ ਨੇ ਇਸ ਨੂੰ ਭਗਤੀ 'ਚ ਪਾਸ ਕੀਤਾ, ਦਇਆ ਆਈ ਔਰ ਪਰਮੇਸ਼ਰ ਨੇ ਇੱਕ ਸ਼ਾਹੂਕਾਰ ਦਾ ਰੂਪ ਧਾਰਿਆ, ਸੇਠ ਦਾ ਰੂਪ ਧਾਰਿਆ ਅਤੇ ਗੱਡਾ ਲੈ ਕੇ ਉਸ ਦੇ ਵਿੱਚ ਬਹੁਤ ਸਾਰਾ ਘਰ ਦਾ ਰਾਸ਼ਨ ਭਰ ਲਿਆ ਤੇ ਪੁੱਛਦਾ ਪੁਛਾਉਂਦਾ ਜਾਣ ਬੁੱਝ ਕੇ ਇੱਕ ਸੇਠ ਬਣ ਕੇ, ਸ਼ਾਹੂਕਾਰ ਬਣ ਕੇ ਭਗਤ ਬੇਣੀ ਦੇ ਬਾਰ 'ਚ ਆ ਗਿਆ ਔਰ ਭਗਤ ਬੇਣੀ ਦੇ ਬਾਰ ਵਿੱਚ ਆ ਕੇ ਪੁੱਛਦਾ, ਭਾਈ ਇਹ ਬੇਣੀ ਦਾ ਘਰ ਹੀ ਆ? ਪਰਿਵਾਰ ਕਹਿਣ ਲੱਗਿਆ, ਹਾਂ ਜੀ ਬੇਣੀ ਦਾ ਘਰ ਹੀ ਆ। ਅੱਛਾ ਅੱਛਾ। ਕਹਿੰਦਾ ਮੈਨੂੰ ਰਾਜਾ ਸਾਹਿਬ ਨੇ ਭੇਜਿਆ ਹੈ, ਅੱਜ ਕਥਾ ਮੱਧ ਵਿੱਚ ਆਈ ਹੈ, ਮੱਧ ਭਾਗ ਪੂਰਾ ਹੋਇਆ ਕਥਾ ਦਾ, ਹਜੇ ਅੱਧੀ ਕਥਾ ਹੋਈ ਆ। ਤੇ ਰਾਜਾ ਸਾਹਿਬ ਕਹਿਣ ਲੱਗੇ ਕੁਝ ਰਾਸ਼ਨ ਪਾਣੀ ਬੇਣੀ ਦੇ ਘਰ ਵੀ ਛੱਡ ਕੇ ਆਓ ਤੇ ਸਮਾਨ ਲਾ ਕੇ ਕਿੱਥੇ ਰੱਖੀਏ, ਜਦੋਂ ਭੋਗ ਪਵੇਗਾ ਫਿਰ ਹੋਰ ਵੀ ਦੇਵਾਂਗੇ। ਇਸ ਤਰ੍ਹਾਂ ਪਰਮੇਸ਼ਰ ਇੱਕ ਸ਼ਾਹੂਕਾਰ ਦਾ ਰੂਪ ਧਾਰ ਕੇ ਗੱਡਾ ਰਾਸ਼ਨ ਦਾ ਭਰ ਕਰਕੇ ਬੇਣੀ ਦੇ ਘਰ ਵਿੱਚ ਲਾ ਗਿਆ ਤੇ ਚਲਾ ਗਿਆ। ਸ਼ਾਮਾਂ ਨੂੰ ਜਦ ਬੇਣੀ ਘਰ ਆਇਆ ਭਜਨ ਬੰਦਗੀ ਚੋਂ ਉੱਠ ਕੇ, ਪਰਿਵਾਰ ਕਹਿਣ ਲੱਗਿਆ ਅੱਜ ਤੇਰੇ ਰਾਜੇ ਦਾ ਬੰਦਾ ਆਇਆ ਸੀ ਔਰ ਉਹਦੇ ਕਾਫੀ ਰਾਸ਼ਨ ਧਰ ਗਿਆ। ਕਹਿੰਦੇ ਬੇਣੀ ਸਾਡੇ ਕੋਲ ਕਥਾ ਕਰਦਾ ਹੈ ਤੇ ਹਜੇ ਤਾਂ ਅੱਧੀ ਕਥਾ ਹੋਈ ਆ, ਜਦ ਪੂਰੀ ਹੋ ਗਈ ਫਿਰ ਹੋਰ ਵੀ ਸਮਾਨ ਦੇਵਾਂਗੇ। ਤੇ ਆ ਸਮਾਨ ਧਰ ਗਿਆ। ਉੱਥੋਂ ਭਗਤ ਬੇਣੀ ਜੀ ਦੀ ਜਿਹੜੀ ਭਗਤੀ ਸੀ ਹੋਰ ਵੀ ਪਰਪੱਕ ਹੋ ਗਈ, ਪਰਮੇਸ਼ਰ 'ਤੇ ਭਰੋਸਾ ਵੱਧ ਗਿਆ ਤੇ ਜਿਸ ਚੀਜ਼ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਉਹੋ ਹੀ ਫਿਰ ਗਿਆਨ ਸਾਡੇ ਵਾਸਤੇ ਵੀ ਉਹਨਾਂ ਨੇ ਦਿੱਤਾ। ਕਹਿਣ ਲੱਗੇ ਭਲਿਆ जब दांत नहीं थे तब दूध दिया, ਜਦੋਂ ਦੰਦ ਨਹੀਂ ਸੀ ਬੱਚੇ ਕੋਲੇ ਚੱਬਣਾ ਆਉਂਦਾ ਹੀ ਨਹੀਂ ਸੀਗਾ, ਉਸ ਵੇਲੇ ਪਰਮੇਸ਼ਰ ਨੇ ਕਿਰਪਾ ਕੀਤੀ, ਮਾਂ ਦੇ ਖੂਨ ਤੋਂ ਹੀ ਦੁੱਧ ਬਣਾ ਦਿੱਤਾ
अब दांत दिए तो अन्न ना देगा। हुण तैनूं दंद दिते है कि खाण वास्ते भोजन भी देऊगा। भोजन खाण तो पहला तैनूं दंद दिते, दंदां दे नाल भोजन खाधा जाना, इस करके पहला दंद दिते। जन्म लैण तो पहला माँ दे कोल दुध की तैयारी की। बच्चा जन्म लवेगा, फिर भुख लगेगी, की खावेगा। इस करके सतगुरु पातशाह जी मनुख नूं समझाउंदे है, मेहरबान सह मेरा मेहरबान, जी सगल को दे दान, तू काहे डोले प्राणियां, तुध राखैगा सिरजनहार, जिन पैदाइश तू किया सोई दे आधार। जिसने तैनू पैदा किया है वही तैनू भोजन भी देवेगा, आधार भी देवेगा, आसरा भी देवेगा। सतगुरु पातशाह जी बख्शिश करते हैं, भगत बेनी जी के बचना राही गर्भ छोड़ मृत मंडल आया, तो नरहर मनो विसारिया, फिर पछतावेगा मूड़िया, तू कवन कुमत भरम लागा, तू केड़ी पुठी मत फड़ लई है। चेत राम नाही जमपुर जाहेगा, जन विचरे अनुराधा। सिमरला, परमेश्वर का नाम जपला, नहीं तो फिर तू भी जमां दी पुरी विच बन्निया जावेगा। ये मनुख जिहड़ा है परमेश्वर नूं आराधना तो बगैर ही, परमेश्वर दे सिमरन तो बगैर ही मनुखा जीवन खत्म कर दिंदा है। जिस तरह बाणी का वचन है, पहले प्यार लगा थण दुध, दूजा माए बाप की सुध, तीजै भैया भाभी बेव, चौथे प्यार उपन्नी खेड़, पंजवें खान पीन की धात, छेवें काम न पुछै जात। 10-10 सालां दे 100 साल दे 10 पॉइंट बना के सतगुरु पातशाह जी ने बाणी विच बचन उचारण किए। पहले प्यार लगा थन दुध, पहला माँ की जान पछाण हुई, दुध नाल जान पछाण हुई, फिर माए बाप की सुध, फिर माँ बाप की जान पछाण हुई, तीजे भैया भाभी बेव, तीजे फिर 30 साल का वड्डा होया होर थोड़ा, भैणां भरजाइयां ते भरावां दे विच उलझ गया। चौथा प्यार उपन्नी खेड़, फिर इहदा अपनी शादी हुई, बच्चियां दे प्यार विच उलझ गया। पंजवें खाण पीण की धात, फिर कहंदा मैं किते कमज़ोर ना हो जा, चंगे चंगे भोजन टौण खाण लग्या। छेवें काम न पुछै जात, काम वासना विच ऐसा फसिया, कोई हल नहीं है इसदा हुण। सतवें संज किया घरवास, फिर और वड्डा होया ते कहंदा धीआं पुत्रां वास्ते आ भी चाहिदा, समान इकट्ठा करन लग्या। जदों कोई समान प्राप्त नहीं हुंदा, फिर क्रोध आया, गुस्सा आया। 8वें क्रोध होआ तन नास, फिर इस दे क्रोध दे विच इहदा जीवन बर्बाद होण लग्या। 9वें धौले उभे साह, ते फिर कहंदे 7वें संज किया करवास, 8वें क्रोध हुआ तननास। 9वें धौले जिहड़े काले बाल सी वो चिट्टे हो गए। उभे साह शरीर दे फेफड़े आदि ये भी कमज़ोर हो गए, लम्मे लम्मे साह लैंदा। 10वें दद्दा हुआ सवा, ते अखीर पातशाह जी कहंदे दुध वर्गा चिट्टा शरीर,
ਜਿਹਦਾ ਬੜਾ ਹੰਕਾਰ ਕਰਦਾ ਸੀ। ਉਹ ਸਵਾਹ ਹੋ ਗਿਆ, ਕਾਲਾ ਪੈ ਗਿਆ, ਮਿੱਟੀ ਹੋ ਗਿਆ। ਦਸਵੇਂ ਦੱਦਾ ਹੁਆ ਸਵਾਹ, ਗਏ ਸੰਗੀਤ ਪੁਕਾਰੀ ਧਾ। ਸੰਗੀ ਸਾਥੀ ਵੀ ਛੱਡ ਗਏ, ਰਿਸ਼ਤੇਦਾਰ ਸਾਕ ਸੰਬੰਧੀ ਵੀ ਛੱਡ ਗਏ, ਤੇ ਉਸ ਤੋਂ ਪਹਿਲਾਂ ਇਹ ਕਰਮ ਇੰਦਰੀ ਗਿਆਨ ਇੰਦਰੀ ਛੱਡ ਗਏ। ਕੰਨ ਸੁਣਾਉਂਦੇ ਨਹੀਂ, ਅੱਖਾਂ ਦਿਖਾਉਂਦੀਆਂ ਨਹੀਂ, ਜੀਭਾਂ ਨਾਲ ਬੋਲਿਆ ਨਹੀਂ ਜਾਂਦਾ। ਕਫ ਕੰਠ ਬਰੂਦੋ ਨੈਣੋ ਨੀਰ ਢਰੇ, ਅੱਖਾਂ 'ਚੋਂ ਪਾਣੀ ਵਗਦਾ, ਗਲਾ ਰੇਸ਼ੇ ਨਾਲ ਭਰਨ ਲੱਗ ਪਿਆ। ਇਹ ਸਾਰੇ ਅੰਗ ਵੀ ਸਾਥ ਛੱਡ ਕੇ ਜੀਵ ਦਾ, ਆਤਮਾ ਦਾ ਹੌਲੀ ਹੌਲੀ ਸਾਰਾ ਸਰੀਰ ਹੀ ਜਵਾਬ ਦੇ ਗਿਆ। ਜਿਸ ਤਰ੍ਹਾਂ ਕੋਈ ਬਜ਼ੁਰਗ ਦਰਵਾਜ਼ੇ 'ਚ ਬੈਠਾ, ਜਵਾਨੀ ਪਹਿਰੇ ਬੜੇ ਹੁਕਮ ਚਲਾਉਂਦਾ ਸੀ, ਪਰ ਹੁਣ ਬੁੱਢਾ ਹੋਇਆ, ਮੰਜੇ 'ਤੇ ਬੈਠਾ, ਜਵਾਕ ਕੋਲ ਦੀ ਛਾਲਾ ਮਾਰ ਕੇ ਲੰਘ ਜਾਂਦੇ ਆ, ਕੋਈ ਪਾਣੀ ਨਹੀਂ ਫੜਾਉਂਦਾ। ਗੁੱਸਾ ਤਾਂ ਬਹੁਤ ਆਉਂਦਾ, ਪਰ ਸਰੀਰ ਨਹੀਂ ਤੁਰਦਾ। ਫਰੀਦਾ ਇੰਨੀ ਨਿੱਕੀ ਜੰਗੀਆਂ, ਥਲ ਡੂੰਗਰ ਪਵੇਂ ਓਮ, ਅੱਜ ਫਰੀਦਾ ਕੂਜੜਾ, ਸਹਿ ਕੋਹਾਂ ਥੀ ਓਮ। ਕਹਿਣ ਲੱਗੇ, ਐ ਫਰੀਦ ਨੇ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਉੱਚੇ ਨੀਵੇਂ ਕੋਹਾਂ ਯਾਤਰਾ ਕਰ ਦਿੱਤੀ। ਪੱਧਰ ਇਲਾਕੇ ਵਿੱਚ, ਪਹਾੜੀ ਇਲਾਕੇ ਵਿੱਚ ਟੋਇਆਂ ਟਿੱਬਿਆਂ 'ਚੋਂ ਟੱਪਿਆ, ਪਰ ਅੱਜ ਕਹਿੰਦੇ ਉਹ ਪਾਣੀ ਵਾਲਾ ਕੁੱਜਾ ਨਹੀਂ ਚੱਕਿਆ ਜਾਂਦਾ। ਕੋ ਸਤਨਾਮ ਸੀ, ਸਹਿ ਕੋਹਾਂ ਥੀ ਓਮ, 100 ਕੋਹ 'ਤੇ ਪਿਆ, ਚੱਕਿਆ ਨਹੀਂ ਜਾਂਦਾ। ਪ੍ਰੀਤਮ ਜੀ ਕਹਿੰਦੇ, ਭਲਿਆ ਫਿਰ ਪਛਤਾਵੇਂਗਾ, ਮੋੜਿਆ ਬਾਲ ਬਨੋਦ, ਤੂੰ ਕਵਨ ਭਰਮ ਕਮਤ ਭਰਮ ਲਾਗਾ, ਚੇਤ ਰਾਮ ਨਹੀਂ ਜੰਪੁਰ ਜਾਹੇਗਾ, ਜਨ ਵਿਚਰੇ ਅਨਰਾਧਾ। ਇਹ ਜੀਵ ਨੂੰ ਪਰਮੇਸ਼ਰ ਦੀ ਆਰਾਧਨਾ ਵਿੱਚ ਸਮਾਂ ਲਾਉਣਾ ਚਾਹੀਦਾ, ਭਜਨ ਕਰਨਾ ਚਾਹੀਦਾ। ਰਹਾਓ, ਬਾਲ ਵਿਨੋਦ ਚਿੰਦ ਰਸ ਲਾਗਾ। ਬਚਪਨ ਦੇ ਵਿੱਚ ਬੱਚਿਆਂ ਵਾਲੀਆਂ ਖੇਡਾਂ ਦੇ ਵਿੱਚ ਲੱਗਿਆ ਰਿਹਾ, ਤੇ ਮੌਤ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਸੰਗੀ ਸਾਥ ਛੱਡ ਗਏ ਔਰ ਜੀਵ ਆਤਮਾ ਸਰੀਰ 'ਚੋਂ ਨਿਕਲ ਗਈ, ਹੰਸ ਨਿਕਲ ਗਿਆ। ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ। ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਇਸ ਤਰ੍ਹਾਂ ਗੁਰੂ ਤੋਂ ਬਗੈਰ ਇਹ ਸੰਸਾਰ ਡੁੱਬ ਗਿਆ, ਖਤਮ ਹੋ ਗਿਆ। ਬਿਨਾਂ ਕੁਝ ਕੀਤਿਆਂ, ਬਿਨਾਂ ਸਿਮਰਨ ਭਜਨ ਕੀਤਿਆਂ ਜਿਸ ਕੰਮ ਲਈ ਆਇਆ ਸੀ। ਰਹਾਓ, ਬਾਲ ਵਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹੇ ਵਿਆਪੈ। ਬਚਪਨ ਦੇ ਵਿੱਚ ਬੱਚਿਆਂ ਦੀਆਂ ਖੇਡਾਂ ਵਿੱਚ, ਖਾਣ ਪੀਣ ਦੇ ਰਸਾਂ ਵਿੱਚ ਲੱਗਿਆ ਪਿਆ। ਹਰ ਛਿਨ ਛਿਨ ਦੇ ਵਿੱਚ ਇਹ ਮੋਹ ਮਮਤਾ ਵਿੱਚ ਫਸਿਆ ਹੋਇਆ ਸੀ। ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਤੋਂ ਪੰਚ ਪ੍ਰਗਟ ਸੰਤਾਪੈ। ਰਸਾਂ ਦੇ ਵਿੱਚ ਫਸਿਆ, ਔਰ ਜਿਨ੍ਹਾਂ ਰਸਾਂ ਨੂੰ ਇਹ ਅੰਮ੍ਰਿਤ ਸਮਝਦਾ ਸੀ, ਅਸਲ ਵਿੱਚ ਉਹ ਜ਼ਹਿਰ ਸਨ। ਉਹਨਾਂ ਰਸਾਂ ਕਸਾਂ ਤੋਂ ਬਾਅਦ ਇਹਦੇ ਅੰਦਰ 5 ਕਾਮ ਕੋ ਲੋਭ ਮੋਹ ਹੰਕਾਰ ਪੈਦਾ ਹੋ ਗਏ। ਉਹਨਾਂ 5 ਦੇ ਰਸਾਂ ਕਸਾਂ ਵਿੱਚ ਐਸਾ ਫਸਿਆ ਕਿ ਇਹਨੂੰ ਪਰਮੇਸ਼ਰ ਭੁੱਲ ਗਿਆ। ਜਪ ਤਪ ਸੰਜਮ ਛੋੜ ਸੁਕਿਰਤ ਮਤ, ਪਰਮੇਸ਼ਰ ਦਾ ਨਾਮ ਛੱਡ ਦਿੱਤਾ,
ਚੰਗੀ ਮੱਤ ਛੱਡ ਦਿੱਤੀ, ਚੰਗੇ ਕੰਮ ਛੱਡ ਦਿੱਤੇ, ਰਾਮ ਨਾਮ ਨਾ ਆਰਾਧਿਆ, ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ। ਬਚਪਨ ਦੇ ਵਿੱਚ ਤਾਂ ਚਲੋ ਇਹਨੂੰ ਸੋਝੀ ਨਹੀਂ ਸੀ, ਫਿਰ ਜਵਾਨੀ ਆ ਗਈ। ਤਰਨ ਤੇਜ ਪਰ ਤ੍ਰਿਆ ਮੁਖ ਜੋ ਹੈ, ਜਵਾਨੀ ਵਿੱਚ ਆ ਕੇ ਪਰਾਈਆਂ ਇਸਤਰੀਆਂ ਨੂੰ ਵੇਖ ਕਰਕੇ ਗਲਤ ਸੋਚਾਂ ਪੈਦਾ ਹੋ ਗਈਆਂ। ਤਰਨ ਤੇਜ ਪਰ ਤ੍ਰਿਆ ਮੁਖ ਜੋ ਹੈ, ਸਰ ਅਪਸਰ ਨਾ ਪਛਾਣਿਆ। ਚੰਗੇ ਮਾੜੇ ਦੀ ਵੀ ਮਤ ਇਹਦੀ ਖਤਮ ਹੋ ਗਈ, ਕੀ ਚੰਗਾ ਕੀ ਮਾੜਾ ਇਸ ਨੂੰ ਵੀ ਭੁੱਲ ਗਿਆ। ਹੁਣ ਉਨਮਤ ਕਾਮ ਮਹਾ ਵਿਖ ਭੂਲੇ, ਇਸ ਤਰ੍ਹਾਂ ਉਨਮਤ ਕਹਿੰਦੇ ਆ ਮਤ ਮਾਰੀ ਜਾਣੀ, ਹੰਕਾਰ ਦੇ ਵਿੱਚ, ਕਾਮ ਵਾਸ਼ਨਾ ਵਿੱਚ ਇਹ ਐਸਾ ਡੁੱਬਿਆ ਮਹਾ ਵਿਖ ਭੂਲੇ, ਵੱਡੇ ਜ਼ਹਿਰ ਵਿੱਚ ਫਸਿਆ। ਪਾਪ ਪੁੰਨ ਨਾ ਪਛਾਣਿਆ, ਇਹਨੂੰ ਹੁਣ ਚੰਗੇ ਮਾੜੇ ਦੀ ਖਬਰ ਵੀ ਖਤਮ ਹੋ ਗਈ ਹੈ। ਜਵਾਨੀ ਦੇ ਨਸ਼ੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਇਹ ਵੀ ਭੁਲਾ ਦਿੱਤਾ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਫਿਰ ਆਪਣੇ ਧੀਆਂ ਪੁੱਤਰਾਂ ਨੂੰ, ਸੰਪਤੀ ਨੂੰ, ਗੱਡੀਆਂ ਕੋਠੀਆਂ ਕਾਰਾਂ ਨੂੰ ਦੇਖ ਕੇ ਹੰਕਾਰ ਕਰਦਾ ਹੈ। ਰਾਮ ਹਿਰਦੈ ਤੇ ਖੋਇਆ, ਹਿਰਦੇ ਵਿੱਚੋਂ ਰਾਮ ਵੀ ਗਵਾਚ ਗਿਆ, ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਵੀ ਗਵਾ ਦਿੱਤਾ, ਕੱਢ ਦਿੱਤਾ ਹੈ। ਅਵਰ ਮਰਤ ਮਾਇਆ ਮਨ ਤੋਲੇ, ਜਦੋਂ ਦੂਸਰਾ ਮਰ ਜਾਂਦਾ ਹੈ ਤੇ ਫਿਰ ਸੋਚਦਾ ਹੁਣ ਇਹਦਾ ਸਮਾਨ ਵੀ ਆਪਣਾ ਹੋ ਜਾਊਗਾ। ਕੋ ਸਤਨਾਮ ਸ੍ਰੀ, ਦੂਸਰਾ ਮਰ ਗਿਆ, ਉਹਦੇ ਮਰਨ ਤੇ ਮਾਇਆ ਮਨ ਤੋਲੇ। ਜਿਵੇਂ ਕੋਈ ਬਜ਼ੁਰਗ ਮਰ ਜਾਂਦਾ ਹੈ, ਫਿਰ ਬੱਚੇ ਕਹਿੰਦੇ ਆ ਮੇਰਾ, ਆ ਮੇਰਾ, ਆ ਮੇਰਾ। ਬਜ਼ੁਰਗ ਨੇ ਵੀ ਮੇਰਾ ਬਹੁਤ ਕੀਤੀਆਂ ਸੀ, ਉਹ ਵੀ ਛੱਡ ਗਿਆ, ਤੇ ਜਿਹੜੇ ਹੁਣ ਮੇਰਾ ਕਰਦੇ ਆ ਇਹਨਾਂ ਨੇ ਵੀ ਛੱਡ ਜਾਣਾ। ਪਾਤਸ਼ਾਹ ਜੀ ਕਹਿੰਦੇ ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਬਿਗੋਇਆ। ਮਾਇਆ ਦੇ ਵਿੱਚ ਫਸਿਆ ਹੋਇਆ ਟੇਢੀਆਂ ਜੂਨਾਂ ਵਿੱਚ ਫਿਰ ਫਸ ਗਿਆ। ਭਗ ਮੁਖ ਜੂਨਾਂ, ਟੇਢੀਆਂ ਜੂਨਾਂ ਵਿੱਚ ਫਿਰ ਫਸ ਗਿਆ। ਜਨਮ ਬਿਗੋਇਆ, ਇਹ ਮਨੁੱਖਾ ਜੀਵਨ ਬਰਬਾਦ ਕਰ ਦਿੱਤਾ, ਮਨੁੱਖਾ ਜੀਵਨ ਛੁੱਟ ਗਿਆ। ਫਿਰ ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ। ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੋਨ ਬਲ ਬਲ ਔਤਰੇ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਮਨੁੱਖ ਫਿਰ ਟੇਢੀਆਂ ਜੂਨਾਂ ਵਿੱਚ ਦੁਬਾਰਾ ਚਲਿਆ ਗਿਆ। ਪੁੰਡਰ ਕੇਸ ਕੁਸਮ ਤੇ ਧੌਲੇ, ਜਿਹੜੇ ਪਹਿਲਾਂ ਕਾਲੇ ਕੇਸ ਸੀ, ਕਾਲੇ ਵਾਲ ਸੀ, ਉਹ ਵੀ ਸਾਰੇ ਚਿੱਟੇ ਹੋ ਗਏ। ਸਪਤ ਪਤਾਲ ਕੀ ਬਾਣੀ, ਹੁਣ ਨਾ ਕੰਨਾਂ ਨਾਲ ਸੁਣਦਾ ਹੈ, ਨਾ ਜੀਵ ਨਾਲ ਬੋਲਿਆ ਜਾਂਦਾ ਹੈ। ਇਹ ਕਰਮ ਇੰਦਰੇ ਗਿਆਨ ਇੰਦਰੇ ਸਾਥ ਨਹੀਂ ਦਿੰਦੇ। ਲੋਚਨ ਸ਼ਰਮ ਹੈ, ਅੱਖਾਂ ਨਾਲ ਦਿਸਦਾ ਨਹੀਂ ਚੱਜ ਨਾਲ, ਬੜਾ ਜ਼ੋਰ ਲਾ ਕੇ ਦੇਖਦਾ, ਮੋਟੀਆਂ ਮੋਟੀਆਂ ਐਨਕਾਂ ਦਾ ਸਹਾਰਾ ਲਾ ਕੇ ਦੇਖਦਾ ਹੈ, ਪਰ ਫਿਰ ਵੀ ਦਿਸਦਾ ਨਹੀਂ। ਲੋਚਨ ਸ਼ਰਮ ਹੈ, ਬੁੱਧ ਬਲ ਨਾਠੀ, ਬੁੱਧੀ ਮਤ ਵੀ ਮਾਰੀ ਗਈ ਹੈ, ਬੁੱਧੀ ਦਾ ਬਲ ਵੀ ਖਤਮ ਹੋ ਗਿਆ, ਸਰੀਰਕ ਬਲ ਵੀ ਖਤਮ ਹੋ ਗਿਆ, ਅੱਖਾਂ ਦਾ ਬਲ ਵੀ ਖਤਮ ਹੋ ਗਿਆ, ਕੰਨਾਂ ਦਾ ਸੁਣਨ ਦੀ ਤਾਕਤ ਵੀ ਖਤਮ ਹੋ ਗਈ। ਇਹ ਸਾਰੇ ਕਰਮ ਇੰਦਰੇ ਗਿਆਨ ਇੰਦਰੇ ਸਭ ਕੁਝ ਖਤਮ ਹੋ ਗਿਆ। ਤਾਂ ਕਾਮ ਭਵ ਸਮਾਧਾਨੀ, ਹੁਣ ਤੇਰਾ ਕੰਮ ਪੈਣਾ ਧਰਮ ਰਾਜ ਦੀ ਮਧਾਣੀ ਨਾਲ। ਮਧਾਣੀ ਕੀ ਕਰਦੀ ਹੈ? ਦੁੱਧ ਨੂੰ ਰਿੜਕਦੀ ਆ, ਕਿਵੇਂ ਚੱਕ ਚੱਕ ਮਾਰਦੀ ਆ,
ਹੁਣ ਕਹਿੰਦੇ ਧਰਮਰਾਜ ਨੇ ਤੈਨੂੰ ਐਸੀਆਂ ਟੇਢੀਆਂ ਜੂਨਾਂ ਵਿੱਚ ਸਿੱਟਣਾ, ਬਾਰ ਬਾਰ ਜੰਮਣਾ ਮਰਨਾ, ਜੰਮਣਾ ਮਰਨਾ, ਜੰਮਣਾ ਮਰਨਾ ਬਣਿਆ ਰਹਿਣਾ। ਹੁਣ ਟੇਢੀਆਂ ਜੂਨਾਂ ਦੀ ਮਧਾਣੀ ਵਿੱਚ ਫਸੇਗਾ। ਤਾਂ ਤੇ ਵਿਖੈ ਭਈ ਮਤ ਭਾਵ ਸਕਾਇਆ ਕਮਲ ਕੋਮਲਾਣ। ਜਿਹੜੀ ਤੇਰੇ ਅੰਦਰ ਇਹ ਮਾੜੀ ਮਤ ਪੈਦਾ ਹੋ ਗਈ ਆ, ਇਹ ਤੇਰਾ ਕਾਇਆ ਰੂਪੀ ਸਰੀਰ ਰੂਪੀ ਫੁੱਲ ਇੱਕ ਦਿਨ ਕੁਮਲਾ ਜਾਣਾ। ਅਬਗਤ ਬਾਣ ਛੋੜ ਮ੍ਰਿਤ ਮੰਡਲ। ਜੇ ਚੰਗਾ ਰਹੇਗਾ, ਜੇ ਹਜੇ ਵੀ ਮਾੜੀ ਚਾਲ ਬਦਲ ਲਵੇਂ, ਅਵਗਤ ਹਜੇ ਵੀ ਟੇਢੀਆਂ ਜੂਨਾਂ ਵਿੱਚ ਜਾਣ ਵਾਲਾ ਰਸਤਾ ਤੂੰ ਬਦਲ ਸਕਦਾ ਹੈ। ਏਕ ਚੀਤ ਜੇ ਇੱਕ ਛਿਣ ਧਿਆਇਓ ਕਾਲ ਫਾਸ ਕੇ बीच न आयो। पर समा ओना चिर है जिन्ना चिर सवास निकल नहीं गए। जब लग बिकल भई नी बाणी, जब लग जरा रोग नहीं आया, जब लग काल ग्रसी नहीं काया, जब लग बिकल भई नी बाणी, भज लह रे मन सारंग पानी। जिन्ना चिर तेरा शरीर कायम है, बुढ़ापा नहीं आया, जवान चलती है, अखां देखदियां, हथ पैर कारज कर सकते आ, तू उन्ना चिर सेवा सिमन कर लै। उन्ना चिर तेरे कोल समा है। पर जदों ये समा हथों निकल गया, अबगत बाण छोड़ मृत मंडल, तो पाछै पछताण। नहीं तो फिर तैनू पछताउणा पैना, इस मृत मंडल दे विचों जाना पैना, ते जांदे होए पछताउणा पैना भी जिहड़े काम लई आया सी मैं वो काम कर नहीं सके। निकुटी देह देख धुन उपजे। क्या तू शरीर दा मान करदा है? इन मानी निकुटी देह, जिहदे विचों आवाज़ पैदा हुंदी है, मान करत नहीं बूझै, तैनू एड़ा बड़ा हंकार है। लाल चक्कर है जीवन पद कारण, और अपने जीवन नू लंबा करन वास्ते, जीवन दे विच वड्डियां वड्डियां पदवियां हासिल करन वास्ते बड़े लालच करदा है। वड्डियां कारां होण, वड्डियां कोठियां होण, वड्डियां कुर्सियां होण, वड्डियां पदवियां होण, लोग कहने फलाना से होवे बड़ा तकड़ा है। इन्हां चीज़ां नू प्राप्त करन वास्ते बड़ा जोर लाउणा है। लालच करे जीवन पद कारण, लोचन कछु न सूझै, पर तेरिया अखां दे सामने राम गयो रावण गयो, जाको बहु परिवार। नौवें पातशाह जी कहते वो भी नहीं रहे। राजा सिकंदर वर्गे, अशोक वर्गे, राजे कंस वर्गे जिहड़े कहते सी साडी मर्जी चलूगी, अज दे राजे भी इदां दे ही आ। जिहड़े कहते साडी मर्जी चलूगी वो भी चले गए, तू किहदा बचारा है। लालच करे जीवन पद कारण, लोचन कछु न सूझै। तैनू अखां दे सामने सब कुछ दिखाई दे रहा, तैनू क्यों नहीं अकल आउंदी? जो तू देख रहे है तेरे सामने किड्डे किड्डे चले गए, वड्डे वड्डे। रावण जी ने सारे ग्रहां नू अपने काबू च कर लिया सी, सारियां धरतियां ते अपना कब्जा कर लिया सी, और अपनी लंका अपना देश सोने का बना लिया सी, जिसने वो भी नहीं रहा। भगत नामदेव जी किधरों यात्रा ते गए ते वापस आए, ते नाल लगदी एक जमीन सी सेठ दी। उहदी जमीन च माड़ा मोटा कान होना, उन्हें भगत जी की छन, भगत जी का छोटा जा घर उन्होंने ढा के आपकी कंध सीधी कर ली। को सतनाम सी। तो जदों कहते भगत नामदेव जी वापस आए, उन्होंने पूछया भाई तू साडी छन क्यों ढाती? वो बंदा हंकार दे विच कहना क्यों, मेरी कंध बिंगी सीगी, मैं आपदा कान कढ़ना सीगा, मैं कोठी पाउणी है, मैं सीधी कर ली। कहते चंगा नहीं कीता यार, साडे गरीबां दा घर ढाता। हुण अगों हंकारी बंदा कहता जा यार कर ला जो करना, जिन्होंने लिया ले आ।
ਨਾਮਦੇਵ ਜੀ ਕਹਿੰਦੇ ਸਾਡਾ ਤਾਂ ਇੱਕੋ ਹੀ ਆ ਭਾਈ। ਹੰਕਾਰੀ ਕਹਿੰਦਾ ਮੇਰੀ ਥਾਣੇਦਾਰ ਨਾਲ ਜੁੜੀ ਹੈ, ਮੇਰੀ ਫਲਾਣੇ ਨਾਲ ਹੈ, ਮੇਰੀ ਧਿਉਂਕੇ ਨਾਲ ਹੈ, ਤੂੰ ਲਿਆ ਜਿਹਨੂੰ ਲੈ ਕੇ ਆਉਣਾ ਯਾਰ। ਉਹ ਕਹਿੰਦਾ ਵੀ ਸਾਡਾ ਤਾਂ ਕੋਈ ਹੈ ਨਹੀਂ, ਸਾਡਾ ਤਾਂ ਇੱਕੋ ਹੀ ਆ, ਉਸੇ ਨੂੰ ਬੇਨਤੀ ਕਰ ਸਕਦੇ ਹਾਂ। ਉੱਥੇ ਫਿਰ ਸ਼ਬਦ ਉਚਾਰਿਆ ਭਗਤ ਨਾਮਦੇਵ ਜੀ ਨੇ ਇਸ ਘਟਨਾ 'ਤੇ, ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਡੂੰਘੀਆਂ ਡੂੰਘੀਆਂ ਨਿਉਆਂ ਪੱਟ ਕੇ ਉੱਪਰ ਤੂੰ ਮਹਿਲ ਪਾਇਆ। ਮਾਰ ਕੰਡੇ ਤੇ ਕੋ ਅਧਿਕਾਈ, ਮਾਰ ਕੰਡਾ ਰਿਸ਼ੀ ਹੋਇਆ ਜਿਹਦੀ ਲੱਖ ਸਾਲ ਦੀ ਉਮਰ ਸੀ, ਤੇਰੀ ਤਾਂ 100-200 ਸਾਲ ਦੀ ਉਮਰ ਹੋ ਭਲਿਆ। ਮਾਰ ਕੰਡੇ ਰਿਸ਼ੀ ਦੀ ਲੱਖ ਸਾਲ ਦੀ ਉਮਰ ਸੀ। ਜਿਨ ਤ੍ਰਿਣਤਰ ਮੂੰਡ ਬੁਲਾਏ, ਜਿਹਨੇ ਆਪਣੇ ਸਿਰ ਤੇ ਘਾਹ ਦੇ ਤਿਣਕੇ ਰੱਖ ਕੇ ਟਾਈਮ ਟਪਾ ਲਿਆ। ਕੋ ਸਤਨਾਮ ਸੀ। ਜਿਹਨੇ ਆਪਣੇ ਸਿਰ ਤੇ ਧੁੱਪ ਤੋਂ ਬਚਣ ਵਾਸਤੇ ਖਿੱਪ ਰੱਖ ਲਿਆ। ਖਿੱਪ ਇੱਕ ਜੜੀ ਬੂਟੀ ਆ, ਉਹਨੂੰ ਇੱਦਾਂ ਪ੍ਰੈਸ ਜੇ ਕਰਕੇ ਸਿਰ 'ਤੇ ਰੱਖ ਲਿਆ ਬਸ ਧੁੱਪ ਤੋਂ ਬਚਣ ਵਾਸਤੇ। ਅਤੇ ਭਜਨ ਬਹੁਤ ਕੀਤਾ ਉਹਨੇ। ਉਹਦੇ ਨਾਂ 'ਤੇ ਇੱਕ ਦਰਿਆ ਦਾ ਨਾਮ ਰੱਖਿਆ ਗਿਆ ਮਾਰਕੰਡਾ ਦਰਿਆ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣਤਰ ਮੂੰਡ ਬੁਲਾਏ। ਉਹ ਕਹਿੰਦਾ ਜਾਂ ਲਿਆ ਜਿਹਨੂੰ ਲਿਆਉਣਾ ਹੈ। ਭਗਤ ਜੀ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ, ਸਾਡਾ ਤਾਂ ਇੱਕੋ ਹੀ ਮਿੱਤਰ ਪਰਮੇਸ਼ਰ ਹੈ। ਕਾਹੇ ਰੇ ਨਰ ਗਰਭ ਕਰਤ ਹੋ, ਤੂੰ ਕਾਹਦਾ ਹੰਕਾਰ ਕਰਦਾ ਹੈ। ਬਿਨਸ ਜਾਹੇ ਝੂਠੀ ਦੇਹੀ, ਇਹ ਸਰੀਰ ਬਹੁਤਾ ਚਿਰ ਰਹਿਣ ਵਾਲਾ ਨਹੀਂ। ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸਹਿ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਸਰਬ सोयन की लंका होती रावण से अधकाई, रावण तो ਵੱਡਾ ਤਾਂ ਨਹੀਂ ਤੂੰ, ਜਿਹਦੀ ਸਿਉਣੇ ਦੀ ਲੰਕਾ ਸੀ। ਕੋ ਸਤਨਾਮ ਸੀ। ਸਰਬ सोयन की लंका होती रावण से अधकाई। ਉਸ ਰਾਵਣ ਦੇ ਘਰੇ ਵੀ 1 ਲੱਖ ਪੂਤ 1.25 ਲੱਖ ਨਾਤੀ, ਤੇ ਇਹ ਰਾਵਣ ਕਰ ਦੀਆ ਨਾ ਬਾਤੀ, ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ। ਇਸੇ ਤਰ੍ਹਾਂ ਭਗਤ ਬੇਣੀ ਜੀ ਦੇ ਬਚਨ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਭਲਿਆ ਤੂੰ ਕਾਹਦਾ ਹੰਕਾਰ ਕਰਦਾ ਹੈ ਸਰੀਰ ਦਾ। ਨਿਕੁੱਟੀ ਦੇਹ ਦੇਖ ਧੁਨੀ ਉਪਜੈ, ਮਾਨ ਕਰਤ ਨਹੀਂ ਬੂਝੈ। ਹੰਕਾਰ ਦੇ ਵਿੱਚ ਤੈਨੂੰ ਅਕਲ ਮਾਰੀ ਗਈ ਆ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਅੱਖਾਂ ਦੇ ਸਾਹਮਣੇ ਮਰਦੇ ਵੇਖ ਰਹੇ ਆ, ਫਿਰ ਵੀ ਤੈਨੂੰ ਅਕਲ ਨਹੀਂ ਆ ਰਹੀ। ਥਾਕਾ ਤੇਜ ਉਡਿਆ ਮਨ ਪੰਖੀ, ਘਰ ਆਂਗਣ ਨਾ ਸੁਖਾਈ। ਤੇ ਇੱਕ ਦਿਨ ਤੇਜ ਥੱਕ ਗਿਆ, ਭਾਵ ਚਿਹਰੇ ਦਾ ਜਿਹੜਾ ਨੂਰ ਸੀ ਉਹ ਵੀ ਖਤਮ ਹੋ ਗਿਆ। ਔਰ ਉਡਿਆ ਮਨ ਪੰਖੀ, ਵਿੱਚੋਂ ਜੀਵ ਆਤਮਾ ਨਿਕਲ ਗਈ ਤੇ ਸਰੀਰ ਕਾਲਾ ਪੈ ਗਿਆ। ਹੁਣ ਤੈਨੂੰ ਘਰ ਦੇ ਵਿਹੜੇ ਵਿੱਚ ਵੀ ਰੱਖਣ ਨੂੰ ਤਿਆਰ ਨਹੀਂ ਤੇਰੇ ਪਰਿਵਾਰ ਵਾਲੇ। ਘਰ ਆਂਗਣ ਨਾ ਸੁਖਾਈ, ਤੈਨੂੰ ਹੁਣੇ ਵਿਹੜਾ ਵੀ ਮਿਲਣੀ ਮਿਲਣਾ ਰਹਿਣ ਵਾਸਤੇ, ਇੱਥੋਂ ਵੀ ਕੱਢਣਗੇ। ਬੇਨੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਆਓ ਮਰਨ ਤੋਂ ਪਹਿਲਾਂ ਪਹਿਲਾਂ ਮੁਕਤੀ ਦਾ ਇੰਤਜ਼ਾਮ ਕਰੀਏ। ਇਹ ਮਰਨ ਤੋਂ ਪਹਿਲਾਂ ਦੀ ਮੁਕਤੀ ਕੀ ਹੈ? ਪਰਮੇਸ਼ਰ ਨਾਲ ਜੁੜਨਾ, ਸਿਮਰਨ ਨਾਲ ਜੁੜਨਾ, ਸਿਮਰਨ ਸੇਵਾ ਕਰਨੀ, ਪਰਮੇਸ਼ਰ ਦਾ ਨਾਮ ਜਪਣਾ ਔਰ ਨਾਮ ਜਪਦੇ ਹੋਏ ਸਰੀਰ ਨੂੰ ਤਿਆਗਣਾ। ਇਹ ਸੀ ਭਗਤ ਬੇਣੀ ਜੀ ਦੇ ਬਚਨ, ਜੋ ਰਾਗ ਸ੍ਰੀ ਰਾਗ ਦੇ ਵਿੱਚ ਅੰਗ 93 ਉੱਪਰ ਭਗਤਾਂ ਦੀ ਬਾਣੀ ਵਿੱਚ ਸਮਾਇਮਾਨ ਹੈ। ਅੱਗੇ ਰਾਗ ਸ੍ਰੀ ਰਾਗ ਦਾ ਭਗਤਾਂ ਦੀ ਬਾਣੀ ਦਾ ਆਖਰੀ ਸ਼ਬਦ ਹੈ ਭਗਤ ਰਵਿਦਾਸ ਜੀ ਦਾ। ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦੇ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।